ਇੰਨੀ ਨਹੀਂ ਨਾ। ਇਹ ਮਸਲਾ ਸਿਰਫ ਕਿਸਾਨ ਦਾ ਏ, ਇਹ ਮਸਲਾ ਧਰਤੀ ਮਾਂ ਦਾ ਏ, ਇਹ ਮਸਲਾ ਕੁੱਲ ਜਹਾਨ ਦਾ ਏ। ਅਸੀਂ ਮੌਜੂਦ ਹਾਂ ਟਿਕਰੀ ਬਾਰਡਰ ਤੇ, ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਉਹਨਾਂ ਨੇ ਆਪਣਾ ਰਹਿਣ ਬਸੇਰਾ ਵੀ ਜਿਹੜਾ ਹੈ ਉਹ ਟਿਕਰੀ ਬਾਰਡਰ ਨੂੰ ਬਣਾਇਆ ਹੋਇਆ ਹੈ। ਔਰ ਇੱਥੇ ਵੱਖ-ਵੱਖ ਵਣਗੀਆਂ ਦੇ ਜਿਹੜੇ ਨੌਜਵਾਨ ਨੇ, ਕਿਸਾਨ ਨੇ, ਉਹ ਇਹਨਾਂ ਕਾਨੂੰਨਾਂ ਦੇ ਖਿਲਾਫ ਔਰ ਅਸਲ ਜਿਹੜੀ ਮਨੁੱਖ ਦੀ ਲੜਾਈ ਹੈ ਉਹਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਨੇ ਚਾਰਟਾਂ ਦੇ ਰਾਹੀਂ, ਕਿਤਾਬਾਂ ਦੇ ਰਾਹੀਂ, ਲਿਟਰੇਚਰ ਦੇ ਰਾਹੀਂ ਜਿਹੜਾ ਆਪਣਾ ਪ੍ਰਸਾਰ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਮੌਜੂਦ ਹਾਂ ਇੱਕ ਪਿੰਡ ਕੋਠੇ ਵੜਿੰਗ, ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਨਾਲ ਸੰਬੰਧਿਤ ਹੈ। ਉੱਥੋਂ ਦੇ ਨੌਜਵਾਨਾਂ ਨੇ ਇੱਕ ਵੱਖਰੀ ਕਿਸਮ ਦੇ ਜਿਹੜੇ ਚਾਰਟ ਤਿਆਰ ਕਰਕੇ ਔਰ ਉਹਨਾਂ ਚਾਰਟਾਂ ਦੇ ਉੱਪਰ ਜਿਹੜਾ ਹੈ ਉਹ ਹਰ ਵਣਗੀ ਜਿਹੜੀ ਹੈ ਉਹ ਸੰਦੇਸ਼ ਦੇਣ ਵਾਲੀ ਹੈ। ਚਾਹੇ ਉਹ ਪੰਜਾਬ ਦੇ ਨੌਜਵਾਨੀ ਨਸ਼ੇੜੀ ਨਹੀਂ, ਅਣਖੀ ਨੇ, ਖੇਤੀ ਸਾਡਾ ਧੰਦਾ ਨਹੀਂ ਵਿਰਾਸਤ ਹੈ, ਇਸ ਤਰ੍ਹਾਂ ਦੇ ਕਿੰਨੇ ਜਿਹੜੇ ਨਾਅਰੇ ਨੇ, ਸਲੋਗਨ ਨੇ, ਉਹਨਾਂ ਨੇ ਉਕਰੇ ਹੋਏ ਨੇ। ਆਓ ਮਿਲਾਉਂਦੇ ਹਾਂ ਇਸ ਪਿੰਡ ਵੜਿੰਗ ਦੇ ਨੌਜਵਾਨਾਂ ਨਾਲ, ਜਿਨ੍ਹਾਂ ਨੇ ਕਿ ਕੜੀ ਮਿਹਨਤ ਕਰਕੇ ਇਹ ਜਿਹੜਾ ਇੱਕ ਟੈਂਟ ਲਗਾ ਰੱਖਿਆ, ਰਹਿਣ ਬਸੇਰਾ ਬਣਾਇਆ ਹੈ, ਔਰ ਕਿਸ ਤਰ੍ਹਾਂ ਉਹ ਲੋਕਾਂ ਨੂੰ ਇੱਥੇ ਪਹੁੰਚੇ ਕਿਸਾਨਾਂ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ। ਆਓ ਮਿਲਾਉਂਦੇ ਹਾਂ ਇਸ ਪਿੰਡ ਦੇ ਉਹਨਾਂ ਨੌਜਵਾਨਾਂ ਨਾਲ। ਸਵਾਗਤ ਹੈ ਸਾਥੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਇਹ ਮਨ ਵਿੱਚ ਖਿਆਲ ਆਇਆ ਕਿ ਅਸੀਂ ਲੋਕਾਂ ਨੂੰ ਸੁਨੇਹਾ ਦੇਣ ਦਾ ਚਾਰਟਾਂ ਦੇ ਰਾਹੀਂ ਸਲੋਗਨ ਲਿਖ ਕੇ ਇਹ ਕੰਮ ਕਰ ਸਕਦੇ ਹਾਂ? ਦੇਖੋ ਜੀ, ਕਿਉਂਕਿ ਆਪਣੇ ਜਿਹੜਾ ਇਹ ਮੰਨ ਲਓ ਆਪਾਂ ਅੰਦੋਲਨ ਕਰ ਰਹੇ ਹਾਂ, ਉਹਦਾ ਮੇਨ ਮੋਟਿਵ ਹੀ ਇਹ ਹੈ ਕਿ ਸ਼ਾਂਤਮਈ ਤਰੀਕੇ ਨਾਲ ਆਪਾਂ ਇਹ ਅੰਦੋਲਨ ਕਰਨਾ। ਸੋ ਇੱਥੇ ਕਿਉਂਕਿ ਬਹੁਤ ਆਪਣੇ ਦਿਲ ਦੀਆਂ ਗੱਲਾਂ ਹੁੰਦੀਆਂ ਨੇ, ਬਹੁਤ ਗੱਲਾਂ ਜੋ ਆਪਾਂ ਲੋਕਾਂ ਨੂੰ ਕਹਿਣੀਆਂ ਚਾਹੁੰਦੇ ਆਪਾਂ ਇਕੱਲੇ ਨੂੰ ਰੋਕ ਕੇ ਨਹੀਂ ਕਹਿ ਸਕਦੇ। ਪਰ ਹੁਣ ਅਸੀਂ ਇੱਥੇ ਚਾਰਟਾਂ ਰਾਹੀਂ ਉਹ ਗੱਲਾਂ ਜੋ ਵੀ ਨੇ ਅਸੀਂ ਆਪਦਾ ਇੱਥੇ ਕਲਮ ਰੂਪੀ ਉੱਥੇ ਨੂੰ ਲਿਖ ਕੇ ਅਸੀਂ ਬਿਆਨ ਕਰਦੇ ਹਾਂ। ਅਤੇ ਬਹੁਤ ਲੋਕ ਆਉਂਦੇ ਨੇ ਇੱਥੇ, ਇੱਕ ਮਤਲਬ ਪੜ੍ਹ ਕੇ ਵੀ ਜਾਂਦੇ ਨੇ, ਉਹਨਾਂ ਨੂੰ ਇਹ ਚੀਜ਼ ਨਾਲ ਹੈ ਨਾ, ਉਹਨਾਂ ਨੂੰ ਨੌਲੇਜ ਵੀ ਮਿਲਦੀ ਹੈ ਅਤੇ ਇੱਕ ਮੋਟੀਵੇਟ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਕਲਮ ਦੀ ਤਾਕਤ ਕਿੰਨੀ ਵੱਡੀ ਆ। ਸੋ ਇਹ ਚੀਜ਼ ਨਾਲ ਆਪਾਂ ਇਹ ਦੱਸ ਸਕਦੇ ਹਾਂ ਕਿ ਇਕੱਲਾ ਕਿਰਪਾਨਾਂ ਨਾਲ, ਤਲਵਾਰਾਂ ਨਾਲ ਨਹੀਂ, ਜੇ ਆਪਾਂ ਜੰਗ ਜਿੱਤਣੀ ਆਪਾਂ ਕਲਮਾਂ ਨਾਲ ਵੀ ਜਿੱਤ ਸਕਦੇ ਹਾਂ, ਆਪਾਂ ਮਤਲਬ ਕਿ ਸ਼ਬਦਾਂ ਦੀ ਤਾਕਤ ਨਾਲ ਵੀ ਜਿੱਤ ਸਕਦੇ ਹਾਂ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿਤਾਬਾਂ, ਸਾਹਿਤ, ਸਾਡਾ ਇਤਿਹਾਸ ਜਿਹੜਾ ਲਿਖਿਆ ਗਿਆ ਹੈ ਉਹਨੂੰ ਪੜ੍ਹ ਕੇ ਇਸ ਸਾਹਿਤ ਤੋਂ, ਇਤਿਹਾਸ ਤੋਂ, ਇਨਕਲਾਬੀ ਵਿਰਸੇ ਤੋਂ ਸਿੱਧ ਲੈ ਕੇ ਅੱਗੇ ਵਧਿਆ ਜਾ ਸਕਦਾ? ਹਾਂਜੀ, ਉਹ ਤਾਂ ਦੇਖੋ ਮਤਲਬ ਕਿ ਕੋਈ ਵੀ ਚੀਜ਼ ਆ, ਮੰਨ ਲਓ ਉਹਦੀ ਡੂੰਘਾਈ 'ਚ ਜਾਣਾ ਅਤੇ ਉਹਦੇ ਬਾਰੇ ਨੌਲੇਜ ਹੋਣੀ ਜ਼ਰੂਰੀ ਆ। ਠੀਕ ਹੈ ਜੀ। ਹੁਣ ਮੰਨ ਲਓ ਪਹਿਲਾਂ ਆਪਣੇ ਕਈ ਅੰਦੋਲਨ ਸੀਗੇ ਹੈ ਨਾ, ਮਤਲਬ ਉਦੋਂ ਵੀ ਕਿਉਂ ਆਪਾਂ ਜਿੱਤ ਸਕੇ, ਕਿਉਂਕਿ ਭਗਤ ਸਿੰਘ ਹੋਰਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਮੰਨ ਲਓ ਉਹਨਾਂ ਦੀ ਸੋਚ ਸੀ। ਅੱਜ ਵੀ ਆਪਾਂ ਇਹ ਅੰਦੋਲਨ ਕਿਉਂ ਇੱਥੇ ਤੱਕ ਪਹੁੰਚ ਗਏ, ਕਿਉਂਕਿ ਆਪਾਂ ਉਹਨਾਂ ਦੀ ਸੋਚ 'ਤੇ ਚੱਲ ਰਹੇ ਹਾਂ। ਠੀਕ ਹੈ ਜੀ। ਉਹਨਾਂ ਦੇ ਮਤਲਬ ਕਿ ਹੋਰ ਵੀ ਆਪਣੇ ਕਿੰਨੇ ਸੀ ਸ਼ਾਂਤਮਈ ਆਪਾਂ ਤਰੀਕੇ ਨਾਲ, ਜੇ ਆਪਾਂ ਗੱਲ ਕਰੀਏ ਮੰਨ ਲਓ ਆਪਣਾ ਪਗੜੀ ਸੰਭਾਲ ਜੱਟਾਂ ਅੰਦੋਲਨ ਹੋਇਆ ਸੀ, ਉਹ 9 ਮਹੀਨੇ ਚੱਲਿਆ ਸੀਗਾ, ਬਹੁਤ ਸ਼ਾਂਤਮਈ ਤਰੀਕੇ ਨਾਲ ਚੱਲਿਆ ਸੀ। ਸੋ ਅੱਜ ਵੀ ਉਹਦੀ ਮਤਲਬ ਕਿ ਆਪਾਂ ਨੂੰ ਇੱਥੇ ਮਤਲਬ ਕਿ ਉਦਾਹਰਨ ਦਿੱਤੀ ਜਾਂਦੀ ਆ। ਜੇ ਮੰਨ ਲਓ ਕਿਸ ਦਾ ਹੌਸਲਾ ਡੋਲਦਾ ਤਾਂ ਉਹ ਇਹ ਕਹਿੰਦੇ ਕਿ ਆਪਾਂ ਨੂੰ ਤਾਂ ਹਜੇ 2 ਮਹੀਨੇ ਹੋਇਆ ਯਾਰ, ਉਹ ਦੇਖੋ 9 ਮਹੀਨੇ ਉਹਨਾਂ ਨੇ ਇਹ ਅੰਦੋਲਨ ਚਲਾਇਆ, ਕਿੰਨੇ ਸ਼ਾਂਤਮਈ ਤਰੀਕੇ ਨਾਲ ਚਲਾਇਆ। ਸੋ ਮਤਲਬ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਸ਼ਾਂਤਮਈ, ਕਿਉਂਕਿ ਇਹ ਚੀਜ਼ ਕਦੋਂ ਆਊਗੀ, ਜਦੋਂ ਆਪਾਂ ਪੜ੍ਹਾਂਗੇ, ਕਿਸੇ ਚੀਜ਼ ਨੂੰ ਸਿੱਖਾਂਗੇ, ਉਹਦੀ ਡੂੰਘਾਈ 'ਚ ਜਾਵਾਂਗੇ। ਅਤੇ ਸੋ ਇਹਦੇ ਕਰਕੇ ਕਲਮ ਜਿਹੜੀ ਇਹ ਚੀਜ਼ਾਂ ਨੇ, ਪੜ੍ਹਾਈ ਆ, ਕੁਛ ਵੀ ਇਹ ਚੀਜ਼ਾਂ ਦਾ ਬਹੁਤ ਅਹਿਮ ਰੋਲ ਆ। ਕਿਉਂਕਿ ਜੇ ਆਪਾਂ ਹੁੱਲੜਬਾਜ਼ੀ ਕਰਾਂਗੇ, ਮੰਨ ਲਓ ਜੇ ਆਪਾਂ ਇੱਥੇ ਗਰਮ ਖਿਆਲੀ ਰਵਾਂਗੇ, ਉਹਦਾ ਬਹੁਤ ਫਿਰ ਇਹ ਅੰਦੋਲਨ ਇੱਥੋਂ ਤੱਕ ਨਹੀਂ ਆਉਣਾ ਸੀਗਾ। ਫਿਰ ਇਹ ਜਿਹੜਾ ਅੱਜ 2 ਮਹੀਨੇ ਚੱਲ ਗਏ, 2 ਦਿਨ ਵੀ ਨਹੀਂ ਚੱਲਣਾ ਸੀਗਾ। ਤੁਸੀਂ ਨੌਜਵਾਨ ਹੋ, ਜਵਾਨੀ ਬਾਰੇ ਆਮ ਤੌਰ 'ਤੇ ਇਹ ਕਹਿ ਦਿੱਤਾ ਜਾਂਦਾ ਹੈ ਆਮ ਭਾਸ਼ਾ ਵਿੱਚ ਕਿ ਜਵਾਨੀ ਜੋਸ਼ ਭਰੀ ਹੁੰਦੀ ਹੈ, ਘੱਟ ਕੰਮ ਹੋਸ਼ ਤੋਂ ਲੈਂਦੀ ਹੈ। ਕਿਵੇਂ ਲੱਗਦਾ, ਤੁਸੀਂ ਕਿਵੇਂ ਸੋਚਦੇ ਹੋ ਇਹ ਲਿਖਤਾਂ, ਜੋਸ਼ ਜਵਾਨੀ ਵਿੱਚ ਇੱਕ ਜਿਹੜਾ ਕੁਦਰਤੀ ਗੁਣ ਹੈ, ਪਰ ਇੱਕ ਹੋਸ਼ ਦੇ ਨਾਲ ਤੁਸੀਂ ਕੰਮ ਲੈ ਕੇ ਇੱਕ ਨਵੇਂ ਖਿਆਲਾਤ ਪੈਦਾ ਕਰਕੇ ਲੋਕਾਂ ਨੂੰ ਸੁਨੇਹਾ ਦੇ ਰਹੇ ਹੋ, ਇਹ ਕਿਵੇਂ ਖਿਆਲ ਤੁਹਾਡੇ ਮਨ ਵਿੱਚ ਆਇਆ? ਇਹ ਕੀ ਸੋਚ ਕੇ, ਕੀ ਤੁਸੀਂ ਸਾਹਿਤ ਪੜ੍ਹਦੇ ਹੋ? ਨਹੀਂ, ਦੇਖੋ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਵਾਨੀ ਜੋਸ਼ ਭਰੀ ਹੁੰਦੀ ਹੈ ਜ਼ਿਆਦਾ, ਇਹ ਮੈਂ ਕਹੂੰਗਾ ਕਿ ਭੰਨ ਦੋ ਬੈਰੀਗੇਟਰ ਰਾਤ ਨੂੰ ਹੁਣ ਹੋਕੇ ਦੇ ਦੇਣ ਤਾਂ ਓਬਵੀਅਸ ਆ, ਤੁਸੀਂ ਨੌਜਵਾਨ ਦਾ ਛੱਡੋ, ਬਜ਼ੁਰਗ ਵੀ ਜਾ ਵੜਨਗੇ ਉੱਥੇ ਡਾਂਗਾ ਚੱਕ ਕੇ। ਸੋ ਹੁਣ ਤੱਕ ਕੀ ਰਿਹਾ ਕਿ ਆਪਣੇ ਆਗੂਆਂ ਦੇ ਵਿੱਚ ਕਸੂਰ ਰਹੇ ਨੇ, ਆਗੂ ਆਪਣੇ ਭੜਕਾਉਂਦੇ ਰਹੇ ਨੇ, ਉਹਨਾਂ ਨੇ ਨੌਜਵਾਨਾਂ ਨੂੰ ਮਤਲਬ ਕਿ ਇਹੀ ਕਹਿੰਦੇ ਰਹੇ ਨੇ, ਜਾਂ ਉਹਨਾਂ ਨੂੰ ਤੁਸੀਂ ਦੇਖੋ ਹੁਣ ਤੱਕ ਇਹੀ ਕਹਿੰਦੇ ਰਹੇ ਕਿ ਇਹ ਤਾਂ ਉੜਤਾ ਪੰਜਾਬ ਆ। ਠੀਕ ਹੈ ਜੀ। ਮਤਲਬ ਕਿ ਆਪਣੇ 'ਤੇ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਆਪਣੇ 'ਤੇ ਫਿਲਮਾਂ ਬਣਨ ਲੱਗ ਗਈਆਂ ਕਿ ਆਪਾਂ ਚਿੱਟਾ ਲਾ ਰਹੇ ਹਾਂ। ਪਰ ਹੁਣ ਤੁਸੀਂ ਇੱਥੇ ਦੇਖ ਲਓ, ਤੁਸੀਂ ਖੁਦ ਦੇਖ ਲਓ, ਕੋਈ ਇੱਥੇ ਅਸੀਂ ਨਹੀਂ ਅੱਜ ਤੱਕ ਇੱਥੇ ਕੋਈ ਦੇਖਿਆ ਵੀ ਡਿੱਗਿਆ ਪਿਆ ਹੋਵੇ, ਕੋਈ ਸਾਨੂੰ ਕਹਿ ਕੇ ਸਾਤੋਂ ਪੈਸੇ ਮੰਗਦਾ ਜਾਂ ਸਾਨੂੰ ਕਹਿੰਦਾ ਵੀ ਯਾਰ ਨਸ਼ਾ ਕਿੱਥੇ ਮਿਲੂਗਾ, ਅਸੀਂ ਵੀ ਕੋਈ ਦੇਖਿਆ। ਸਾਨੂੰ 2 ਮਹੀਨੇ ਹੋ ਗਏ ਸੀ, 26 ਨਵੰਬਰ ਤੋਂ ਇੱਥੇ ਬੈਠੇ ਆ। ਸੋ ਉਹ ਇੱਕ ਚੀਜ਼ਾਂ ਬਦਨਾਮ ਕਰਨ ਵਾਲੀਆਂ ਸੀਗੀਆਂ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਇਹਨਾਂ ਦਾ ਧਿਆਨ ਜਿਹੜਾ ਉਸੇ ਦੂਸਰੇ ਪਾਸੇ ਰਵੇ। ਪਰ ਹੁਣ ਪਤਾ ਲੱਗੀ ਜਾਂਦਾ ਕਿ ਇੱਥੇ ਜਦੋਂ ਸੰਘਰਸ਼ 'ਚ ਆਏ ਹਾਂ, ਪਤਾ ਲੱਗਿਆ ਕਿ ਪੰਜਾਬ ਦਾ ਕੀ ਮੁੱਲ ਆ।
ਪਤਾ ਲੱਗਿਆ ਕਿ ਜਿਹੜੇ ਮੰਨ ਲਓ ਇਹ ਜਿਹੜੇ ਅੰਦੋਲਨ ਨੇ ਕਿਵੇਂ ਜਿੱਤੇ ਜਾਂਦੇ ਨੇ। ਸੋ ਬਹੁਤ ਚੀਜ਼ਾਂ ਇੱਥੇ ਸਿੱਖਣ ਨੂੰ ਮਿਲੀਆਂ। ਆਗੂ ਬਹੁਤ ਚੰਗੇ ਮਿਲੇ ਸਾਨੂੰ, ਸਾਡੇ ਕਿਸਾਨੀ ਆਗੂ ਬਹੁਤ ਚੰਗੇ ਮਿਲੇ ਨੇ, ਜਿਨ੍ਹਾਂ ਨੇ ਸਾਨੂੰ ਸੇਧ ਦਿੱਤੀ ਕਿ ਭਾਈ ਸ਼ਾਂਤਮਈ ਰਹੋ। ਹਰ ਰੋਜ਼ ਇੱਥੇ ਰਾਤ ਨੂੰ ਟਿਕਰੀ ਪਹਿਰੇ ਲੱਗਦੇ ਨੇ, ਕਿਉਂਕਿ ਜੇ ਕੋਈ ਹੁੱਲੜਬਾਜੀ ਕਰਦਾ ਉਹਨੂੰ ਰੋਕਿਆ ਜਾਂਦਾ, ਜੇ ਕੋਈ ਉੱਚੇ ਗਾਣੇ ਲਾਉਂਦਾ ਉਹਨੂੰ ਵੀ ਰੋਕਿਆ ਜਾਂਦਾ। ਸੋ ਇਹ ਗੱਲਾਂ ਕਰਕੇ ਹੀ ਜਿਹੜਾ ਮਤਲਬ ਕਿ ਜੋਸ਼ ਵੀ ਹੈਗਾ, ਜੋਸ਼ ਕਰਕੇ ਇੱਥੋਂ ਤੱਕ ਪਹੁੰਚੇ ਹਾਂ, ਤੇ ਪਰ ਹੋਸ਼ ਤੋਂ ਵੀ ਕੰਮ ਲਿਆ ਜਾ ਰਿਹਾ ਨਾਲ ਨਾਲ। ਤੁਸੀਂ ਪ੍ਰੋਫੈਸ਼ਨਲ ਤੌਰ ਤੇ ਕੀ ਕਰ ਰਹੇ ਹੋ, ਸਟੱਡੀ ਕਰ ਰਹੇ ਹੋ ਜਾਂ ਕੰਮ ਕਰ ਕੀ ਕਰਦੇ ਹੋ? ਅਸੀਂ ਫਾਰਮਰ ਆਏ ਤੇ ਮੈਂ ਵੈਸੇ ਹੁਣ ਮੈਂ ਰੀਸੈਂਟਲੀ ਕੋਈ ਜੌਬ ਟਰਾਈ ਕੀਤੀ ਸੀ, ਪਰ ਹੁਣ ਮੈਂ ਸੰਘਰਸ਼ ਕਰਕੇ ਉਹ ਇੱਕ ਵਾਰ ਛੱਡਤੀ ਸੀਗੀ। ਉਹਦਾ ਮਤਲਬ ਆਈਡੀਆ ਛੱਡਤਾ ਸੀ। ਮੈਂ ਕਿਹਾ ਇੱਕ ਵਾਰੀ ਪਹਿਲਾਂ ਸੰਘਰਸ਼ ਦੇਖਦੇ ਹਾਂ, ਬਾਕੀ ਫਿਰ ਦੇਖਾਂਗੇ। ਜਿਹੜਾ ਇਹ ਉਦਮ ਕੀਤਾ ਇਹ ਪਿੰਡ ਨਾਲ ਪੂਰੇ ਨਾਲ ਤੁਸੀਂ ਸੋਚ ਕੇ ਕੀਤਾ ਜਾਂ ਸਿਰਫ ਇੱਕ ਖਾਸ ਟੀਮ ਹੈ ਨੌਜਵਾਨਾਂ ਦੀ? ਨਹੀਂ, ਸਾਰਾ ਪਿੰਡ ਹੀ ਹੈ ਜੀ। ਪਿੰਡ ਨੇ ਸਹਿਯੋਗ ਦਿੱਤਾ, ਸਾਨੂੰ ਹੌਸਲਾ ਦਿੱਤਾ, ਅਸੀਂ ਇੱਥੇ ਆਏ ਹਾਂ। ਸੋ ਅਸੀਂ ਪਿੰਡ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਹੌਸਲਾ ਦੇ ਕੇ ਇੱਥੋਂ ਤੱਕ ਤੋਰਿਆ। ਅਸੀਂ ਜਿੱਦਾਂ ਆਏ ਸੀ ਅਸੀਂ 8-10 ਜਾਣੇ ਸੀਗੇ। ਸੋ ਮੈਂ ਤੁਹਾਨੂੰ ਇੱਕ ਸੋਹਣੀ ਗੱਲ ਇਹਦੀ ਅੰਦੋਲਨ ਦੀ ਇਹ ਦੱਸਦਾ ਕਿ ਸਾਡੇ 2 ਪਿੰਡ ਨੇ ਕੋਠੇ ਵੜਿੰਗਾਂ ਦੇ, ਤੇ ਅਸੀਂ ਅੱਜ ਤੱਕ ਨਹੀਂ ਕਦੇ ਹੋਇਆ ਸੀਗਾ ਕਿ ਮੈਂ ਹੁਣ 28 ਸਾਲ ਉਮਰ ਹੋਣ ਵਾਲੀ ਹੈ ਮੇਰੀ, ਬਈ ਅਸੀਂ ਕਦੇ ਇਕੱਠੇ ਵੀ ਕਿਤੇ ਘੁੰਮਣ ਵੀ ਗਏ ਹੋਈਏ, ਕਿਤੇ ਮਤਲਬ ਗੁਰਦੁਆਰੇ ਮੱਥਾ ਟੇਕਣ ਗਏ ਹੋਈਏ। ਅੱਜ ਸਾਨੂੰ 2 ਮਹੀਨੇ ਹੋਣ ਵਾਲੇ ਆ। ਸਾਡਾ ਇੱਕੋ ਚੁੱਲ੍ਹਾ, ਸਾਹਮਣੇ ਉਹਨਾਂ ਦੀ ਮਤਲਬ ਕਿ ਟਰਾਲੀ ਹੈ, ਇੱਧਰ ਸਾਡਾ ਤੰਬੂ ਲੱਗਿਆ ਦੋਨਾਂ ਪਿੰਡਾਂ ਦਾ। ਕੋਈ ਐ ਨਹੀਂ ਪਤਾ ਹੁੰਦਾ ਕੌਣ ਕਿੱਥੇ ਸੌਂਦਾ, ਕੌਣ ਕਿੱਥੇ ਰੋਟੀ ਖਾਂਦਾ। ਇੱਕੋ ਥਾਂ ਅਸੀਂ ਰੋਟੀ ਖਾਂਦੇ 2 ਮਹੀਨੇ ਹੋ ਗਏ, ਇਕੱਠੇ ਆਟਾ ਗੁੰਨਦੇ, ਇਕੱਠੇ ਰੋਟੀਆਂ ਪਕਾਉਣੇ ਆ। ਸੋ ਮਤਲਬ ਕਿ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜਿਹੜਾ ਵੀ ਹੋਇਆ। ਤੁਸੀਂ ਸਾਹਿਤਕ ਜਿਹੜੀਆਂ ਚੀਜ਼ਾਂ ਨੇ ਉਹ ਬਾਹਰ ਰੱਖੀਆਂ ਨੇ, ਇੱਕ ਤਰ੍ਹਾਂ ਕਹਿ ਸਕਦੇ ਸਾਹਿਤਕ ਸਲੋਗਨ ਨੇ। ਸਾਹਿਤਕ ਰੂਪ ਦੇ ਵਿੱਚ ਤੁਸੀਂ ਜਵਾਨੀ ਨੂੰ, ਖਾਸ ਤੌਰ 'ਤੇ ਹਾਣੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਅੰਦੋਲਨ ਦੇ ਰਾਹੀਂ? ਮੈਂ ਇਹੀ ਦੇਣਾ ਚਾਹੂੰਗਾ ਕਿ ਜਿਹੜੇ ਅੰਦੋਲਨ ਨੇ ਇਹ ਵਾਰੀ-ਵਾਰੀ ਨਹੀਂ ਆਉਂਦੇ ਹੁੰਦੇ। ਇਹ ਆਪਣੇ ਦਾਦੇ ਪੜਦਾਦਿਆਂ ਨੇ ਵੀ ਨਹੀਂ ਦੇਖੇ ਇੱਦਾਂ ਦੇ ਅੰਦੋਲਨ, ਹੈ ਨਾ। ਸੋ ਇਹ ਹੁਣ ਇੱਕ ਤਰ੍ਹਾਂ ਦਾ ਨਾ ਆਪਾਂ ਨੂੰ ਮੌਕਾ ਮਿਲਿਆ, ਜਿਹੜੇ ਆਪਣੇ ਧੱਬੇ ਲੱਗੇ ਸੀਗੇ। ਕਿਉਂਕਿ ਅੱਗੇ ਜੇ ਕੋਈ ਪੰਜਾਬ ਦੀ ਗੱਲ ਕਰਦਾ ਸੀ ਨਾ, ਅੱਗੇ ਜੇ ਮੰਨ ਲਓ ਆਪਾਂ 15-20 ਸਾਲ ਪਹਿਲਾਂ ਗੱਲ ਕਰੀਏ ਪੰਜਾਬ ਦੀ, ਉਦੋਂ ਕੀ ਚਿਹਰਾ ਅੱਗੇ ਆਉਂਦਾ ਹੁੰਦਾ ਸੀਗਾ। ਮੰਨ ਲਓ ਸਰੋਂ ਦੇ ਫੁੱਲ ਅੱਗੇ ਆਉਂਦੇ ਸੀਗੇ, ਖੇਤਾਂ 'ਚ ਕੰਮ ਕਰਦੇ ਨੌਜਵਾਨ ਅੱਗੇ ਆਉਂਦੇ ਸੀ। ਪਰ ਹੁਣ ਉਹਦੀ ਜਿਹੜਾ ਰੂਪ ਜਮਾਂ ਬਦਲ ਗਿਆ ਸੀਗਾ। ਹੁਣ ਕੁਝ ਕੁ ਸਾਲਾਂ ਤੋਂ ਜਦੋਂ ਕੋਈ ਪੰਜਾਬ ਦੀ ਗੱਲ ਕਰਦਾ ਸੀ ਤਾਂ ਐਂ ਹੁੰਦਾ ਸੀ ਕਿ ਕੋਈ ਡਿੱਗਿਆ ਪਿਆ ਨੌਜਵਾਨ, ਉਹਦੀ ਬਾਂਹ 'ਚ ਟੀਕਾ ਲੱਗਿਆ ਪਿਆ, ਜਾਂ ਕੋਈ ਚਿੱਟਾ ਲਾ ਰਿਹਾ, ਜਾਂ ਕੋਈ ਸਮੈਕ ਪੀ ਰਿਹਾ। ਸੋ ਮਤਲਬ ਕਿ ਉਹ ਹੁਣ ਆਪਾਂ ਜਿਹੜਾ ਧੱਬਾ ਲੱਗਿਆ ਸੀ ਨਾ, ਉਹ ਆਪਾਂ ਧੋਤਾ, ਉਹ ਰੱਬ ਨੇ ਧਵਾਤਾ। ਜਿਵੇਂ ਵੀ ਧਵਾਇਆ, ਪਤਾ ਨਹੀਂ ਚੰਗਾ ਹੋਇਆ ਮਾੜਾ ਹੋਇਆ, ਪਰ ਧੋਤਾ ਆਪਾਂ ਉਹ ਧੱਬਾ। ਪਰ ਇਹ ਚੀਜ਼ ਬਣ ਗਈ। ਕੋਈ ਵੀ ਚੀਜ਼ ਬਣਾਉਣੀ ਸੌਖੀ ਆ, ਪਰ ਉਹਨੂੰ ਬਰਕਰਾਰ ਰੱਖਣ ਵਾਸਤੇ ਉਦੋਂ ਵੱਧ ਜ਼ੋਰ ਲੱਗਦਾ, ਕਿਉਂਕਿ ਉਹ ਹਰ ਰੋਜ਼ ਦੀ ਮਿਹਨਤ ਹੁੰਦੀ ਆ। ਇੱਕ ਵਾਰੀ ਮਿਹਨਤ ਕਰਨੀ ਸੌਖੀ, ਕੋਈ ਭਲਵਾਨ ਇੱਕ ਵਾਰੀ ਸਰੀਰ ਬਣਾ ਲੂਗਾ, ਪਰ ਉਹਨੂੰ ਲੰਮਾ ਰੱਖਣ ਵਾਸਤੇ ਉਹਨੂੰ ਰੋਜ਼ ਮਿਹਨਤ ਲਾਉਣੀ ਪਊਗੀ, ਰੋਜ਼ ਖੁਰਾਕ ਖਾਣੀ ਪੈਂਦੀ ਆ। ਸੋ ਇਹ ਆਪਾਂ ਇੱਕ ਵਾਰੀ ਆਪਦਾ ਜਿਹੜਾ ਆਪਾਂ ਰੂਪ ਬਦਲਤਾ, ਆਪਣੀ ਇਮੇਜ ਬਣ ਗਈ ਆ, ਪਰ ਇਹਨੂੰ ਹੁਣ ਆਪਾਂ ਬਰਕਰਾਰ ਕਿਵੇਂ ਰੱਖਣਾ, ਕਿਵੇਂ ਲੰਮਾ ਲੈ ਕੇ ਜਾਣਾ, ਉਹ ਆਪਣੇ ਤੇ ਆ ਕਿ ਆਪਾਂ ਇਹਨੂੰ ਕਿੰਨਾ ਕੁ ਲੰਮਾ ਲੈ ਕੇ ਜਾਂਦੇ ਆ। ਸੋ ਇਹ ਵੀ ਅੰਦੋਲਨ ਜੇ ਆਪਾਂ ਜਿੱਤ ਕੇ ਜਾਵਾਂਗੇ ਫੇਰ ਹੀ ਆ। ਜੇ ਆਪਾਂ ਇਹ ਅੰਦੋਲਨ ਹਾਰ ਗਏ, ਫਿਰ ਸਮਝ ਲਓ ਵੀ ਆਪਾਂ ਜਿਹੜੀਆਂ ਆਪਣੇ ਦਾਦੇ ਪੜਦਾਦੇ ਨੇ ਕਮਾਈਆਂ ਕੀਤੀਆਂ, ਜਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ, ਆਪਾਂ ਸਭ ਕੁਝ ਹਾਰ ਜਾਵਾਂਗੇ। ਨੌਜਵਾਨ ਨੇ ਬੜੇ ਵਧੀਆ ਸ਼ਬਦਾਂ ਦੇ ਨਾਲ ਇਹ ਜਿਹੜਾ ਗੱਲਬਾਤ ਕੀਤੀ ਹੈ, ਜਿੰਨਾ ਵੀ ਉਦਮ ਕੀਤਾ ਹੈ। ਇਸ ਰੈਣ ਬਸੇਰੇ ਦੇ ਵਿੱਚ ਘਰ ਕੌਲੀਆਂ, ਚਮਚਿਆਂ, ਭਾਂਡਿਆਂ ਦਾ ਨਹੀਂ ਹੈ। ਵੱਡੀ ਗੱਲ ਹੈ ਕਿ ਇੱਥੇ ਸਾਹਿਤ ਤੇ ਕਿਤਾਬਾਂ ਜਿਹੜੀਆਂ ਨੇ ਉਹ ਇਸ ਘਰ ਦੇ ਵਿੱਚ, ਇਸ ਬਸੇਰੇ ਦੇ ਵਿੱਚ ਨੇ। ਮੇਰੇ ਨਾਲ ਇੱਕ ਹੋਰ ਦੋਸਤ ਮੌਜੂਦ ਨੇ। ਇਹ ਪਤਾ ਲੱਗਿਆ ਹੈ ਕਿ ਦੋਸਤ ਇਹਨਾਂ ਕੋਲ ਆਉਂਦੇ ਨੇ, ਔਰ ਉਹਨਾਂ ਜਿਸ ਤਰ੍ਹਾਂ ਦਾ ਦੋਸਤ ਹੈ ਉਸ ਤਰ੍ਹਾਂ ਦੀ ਇੱਕ ਦੋਸਤਾਨਾ ਵੀ ਹੁੰਦਾ ਹੈ। ਉਹ ਸਾਥੀ ਆਉਂਦੇ ਨੇ ਕਿਤਾਬਾਂ ਲੈ ਕੇ, ਉਹ ਕਿਤਾਬਾਂ ਵੰਡਣ ਦਾ ਕੰਮ ਕਰਦੇ ਨੇ, ਮੌਜੂਦ ਨੇ। ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਉਹ ਕਿਸ ਤਰ੍ਹਾਂ ਜਿਹੜਾ ਕਿਤਾਬਾਂ ਵੰਡਣ ਦਾ ਕੰਮ ਕਰ ਰਹੇ ਨੇ, ਕਿਵੇਂ ਡਿਊਟੀ ਸੰਭਾਲਦੇ ਨੇ। ਅਸੀਂ ਜੀ ਜਿਵੇਂ ਕਿਉਂਕਿ ਇਹਨਾਂ ਨੇ ਦੱਸਿਆ ਜਿਹੜਾ ਸਾਹਿਤਕ ਮਾਹੌਲ ਆ ਉਹ ਵੀ ਜ਼ਰੂਰੀ ਹੈ, ਜੋਸ਼ ਦੇ ਨਾਲ ਹੋਸ਼ ਜਵਾਨੀ 'ਚ ਭਰਨਾ ਚਾਹੀਦਾ। ਸੋ ਉਸ ਲਈ ਜ਼ਰੂਰੀ ਸੀ, ਕਿਉਂਕਿ ਮੈਂ ਫੇਸਬੁੱਕ 'ਤੇ ਅਕਸਰ ਦੇਖਦਾ ਹੁੰਦਾ ਸੀ, ਅਸੀਂ ਪਹਿਲਾਂ ਤੋਂ ਜਿਵੇਂ ਜੁੜੇ ਹੋਏ ਆ ਉਹ ਕਰਦੇ ਹਾਂ, ਤਾਂ ਵੀ ਇੱਕ ਇਹੋ ਜਿਹਾ ਮਾਹੌਲ ਚਾਹੀਦਾ ਸੀ ਜਿੱਥੇ ਅਸੀਂ ਵੀ ਆਪਦਾ ਪ੍ਰੋਡਕਟਿਵ ਕੰਟਰੀਬਿਊਸ਼ਨ ਪਾ ਸਕੀਏ। ਇੱਕ ਤਾਂ ਅਸੀਂ ਕੋਸ਼ਿਸ਼ ਇਹ ਕਰ ਰਹੇ ਸੀ ਵੀ ਜਿਹੜੀਆਂ ਲੋਕਲ ਲੈਵਲ 'ਤੇ ਜਿਵੇਂ ਲੋਕ ਗੀਤ, ਟੱਪੇ, ਬੋਲੀਆਂ ਲੋਕਾਂ ਨੇ ਲਿਖੀਆਂ, ਆਮ ਲੋਕਾਂ ਨੇ, ਕਿਉਂਕਿ ਦੂਜੇ ਜਿਹੜੇ ਗੀਤ ਹੁੰਦੇ ਨੇ ਪ੍ਰੋਫੈਸ਼ਨਲੀ ਉਹ ਆ ਜਾਂਦੇ ਨੇ, ਮੀਡੀਆ 'ਚ ਆ ਜਾਂਦੇ ਨੇ, YouTube 'ਤੇ ਆ ਜਾਂਦੇ ਨੇ, ਪਰ ਜਿਹੜੀਆਂ ਦੇਸੀ ਚੀਜ਼ਾਂ ਜਿਵੇਂ ਬੁੜੀਆਂ ਬੋਲੀਆਂ ਪਾਉਂਦੀਆਂ ਨੇ, ਟੱਪੇ ਲਿਖੇ ਹੁੰਦੇ ਆ, ਹੋਰ ਹੁੰਦੇ ਨੇ, ਉਹਨਾਂ ਚੀਜ਼ਾਂ ਨੂੰ ਸਾਂਭਣਾ ਜ਼ਰੂਰੀ ਸੀ। ਉਹ ਅਸੀਂ ਫਿਰ ਕਲੈਕਟ ਕੀਤੇ, ਜਿਹੜੇ ਵੀ ਰਾਈਟਰ ਦੇ ਜਿੱਥੋਂ ਵੀ, ਜਾਂ ਆਮ ਲੋਕ ਜਿਵੇਂ ਉਹ ਤੁਸੀਂ ਗੀਤ ਸੁਣਿਆ ਹੋ, ਤੁੱਤਕ ਤੁੱਤਕ ਤੂਤੀਆਂ ਕਾਫੀ ਕਰ ਰਹੇ ਹਨ, ਆ ਜਾ ਦਿੱਲੀ ਵਾਲੀ ਜੂਹ 'ਤੇ। ਤਾਂ ਉਸ ਤਰੀਕੇ ਇਕੱਠੇ ਕਰਕੇ, ਤਾਂ ਕਿ ਜਿਹੜੇ ਲੋਕ ਜਦੋਂ ਵੀ ਕੋਈ ਨਾਅਰੇ ਲਾਉਂਦੇ ਆ ਉਹ ਚੰਗੇ ਹੋਣ, ਪ੍ਰੋਡਕਟਿਵ ਹੋਣ, ਉਹ 'ਚ ਪੰਜਾਬ ਦੀ ਸਹੀ ਇਮੇਜ ਆਵੇ, ਇਕੱਲਾ ਭੰਨ ਦੂੰ ਤੋੜ ਦੂੰ ਉਹ ਚੀਜ਼ ਨਾ ਆਵੇ। ਸੋ ਉਹ ਅਸੀਂ ਕਿਤਾਬਾਂ 1000 ਕਾਪੀ ਬਣਾਈ ਸੀ। ਉਹ ਕੱਲ੍ਹ ਸਿੰਘੂ ਬਾਰਡਰ 'ਤੇ 500 ਵੰਡੀ, ਪਿਛਲੀ ਵਾਰ ਵੀ ਆਏ ਸੀ ਉਦੋਂ ਵੀ ਵੰਡੀਆਂ। ਉਹ ਕਿਤਾਬਾਂ ਅਸੀਂ ਫ੍ਰੀ 'ਚ ਵੰਡ ਰਹੇ ਹਾਂ, ਉਹਦੇ 'ਚ ਨਾਅਰੇ, ਸਲੋਗਨ, ਸਾਰਾ ਕੁਛ ਇਹ ਚੀਜ਼ਾਂ ਹੈਗੀਆਂ। ਸੋ ਉਹਦੇ ਲਈ ਇੱਕ ਪਲੇਟਫਾਰਮ ਚਾਹੀਦਾ ਸੀ ਸਾਨੂੰ ਕਿ ਅਸੀਂ ਜਿੱਥੇ ਜਾ ਕੇ ਉਹ ਚੀਜ਼ਾਂ ਕਰ ਸਕੀਏ। ਸੋ ਇਹਨਾਂ ਦਾ ਇੱਥੇ ਵਧੀਆ ਮਾਹੌਲ ਸੀ, ਅਤੇ ਉਹਦੇ 'ਚ ਜਿਹੜੇ ਨਾਅਰੇ ਲਿਖੇ ਸੀ ਹੋਰ ਸੀ ਵੀ ਉਹ ਅਸੀਂ ਹੋਰ ਲੋਕਾਂ ਤੱਕ ਕਿਵੇਂ ਪਹੁੰਚਾ ਸਕਦੇ ਹਾਂ, ਵੀ ਕਿਤਾਬਾਂ ਹਰੇਕ ਤਾਂ ਨਹੀਂ ਪਹੁੰਚਾ ਸਕਦੇ। ਉਹ ਅਸੀਂ ਫਿਰ ਦੁਪਹਿਰੇ ਵੀ ਅੱਜ ਪੋਸਟਰ ਤਿਆਰ ਕੀਤੇ, ਜਿੱਥੇ ਵਧੀਆ ਮਾਹੌਲ ਮਿਲਿਆ ਉਸ ਪੋਸਟਰ ਤਿਆਰ ਕਰਕੇ ਉਹ ਵੰਡੇ ਵੀ ਅਤੇ ਇੱਥੇ ਲਾਏ ਵੀ। ਸੋ ਮੇਨ ਉਹਦੇ ਪਿੱਛੇ ਕਾਰਨ ਇਹ ਸੀ ਕਿ ਉਹ ਸਹੀ ਜਿਹੜਾ ਸਾਹਿਤ ਆ ਉਹ ਲੋਕਾਂ ਤੱਕ ਉਹ ਚੰਗੀਆਂ ਚੀਜ਼ਾਂ ਉਹ
ਪਹੁੰਚਾਉਣ ਵੀ। ਜੇ ਨਾਅਰੇ ਲਾਉਂਦੇ ਆ ਤਾਂ ਚੰਗੇ ਨਾਅਰੇ ਲਾਉਣ, ਗੀਤ ਗਾਉਣ, ਟੱਪੇ ਪਾਉਣ, ਕਿਉਂਕਿ ਉਹਦੀ ਮਹੱਤਤਾ ਇਸ ਲਈ ਹੁੰਦੀ ਆ ਕਿ ਜਦੋਂ ਉਹ ਚੀਜ਼ ਸਾਡੇ ਇਹ ਲੋਕ ਸਾਹਿਤ ਦਾ ਹਿੱਸਾ ਬਣ ਜਾਂਦੇ ਆ, ਗਿੱਧੇ ਦਾ, ਟੱਪੇ, ਬੋਲੀਆਂ ਦਾ, ਤਾਂ ਉਹ ਇਤਿਹਾਸ ਨੂੰ ਯਾਦ ਰੱਖਣਾ ਸੌਖਾ ਹੋ ਜਾਂਦਾ ਹੈ। ਜਿਵੇਂ ਸਾਡੀ ਗੁਰਬਾਣੀ ਆ, ਉਹ ਵੀ ਸਾਰੀ ਰਾਈਮਿੰਗ 'ਚ ਲਿਖੀ ਹੋਈ ਆ, ਤਾਂ ਜਦੋਂ ਇਹ ਚੀਜ਼ਾਂ ਸਾਡੇ ਉਹਦਾ ਹਿੱਸਾ ਬਣ ਜਾਂਦੀਆਂ ਨੇ ਲੋਕ ਗੀਤਾਂ ਦਾ, ਤਾਂ ਫਿਰ ਇਤਿਹਾਸ ਨੂੰ ਯਾਦ ਰੱਖਣਾ ਸੌਖਾ ਹੋ ਜਾਂਦਾ। ਸੋ ਇਸੇ ਕੋਸ਼ਿਸ਼ ਲਈ ਅਸੀਂ ਇਹ ਚੀਜ਼ ਕਰ ਰਹੇ ਸੀ। ਤਾਂ ਫਿਰ ਉਹ ਜਿਹੋ ਜਿਹਾ ਮਾਹੌਲ, ਜਿਹੇ ਸਾਥੀ ਹੁੰਦੇ, ਜਿਹੋ ਜਿਹੀ ਸੋਚ ਹੁੰਦੀ ਹੈ, ਇੱਥੇ ਸਾਨੂੰ ਆ ਕੇ ਵਧੀਆ ਲੱਗਦਾ, ਤਾਂ ਅਸੀਂ ਸਾਥ ਦਿੰਦੇ ਹਾਂ ਵੀ ਹੋਰ ਵੀ ਕੋਈ ਕੰਟਰੀਬਿਊਸ਼ਨ ਕਰ ਸਕੇ, ਕਿਉਂਕਿ ਅਸੀਂ ਹਰੇਕ ਬੰਦਾ ਅੱਜ ਉਹਦਾ ਕੋਸ਼ਿਸ਼ ਕਰ ਰਿਹਾ ਕਿ ਆਪਦੇ ਹਿਸਾਬ ਨਾਲ ਉਹ ਯੋਗਦਾਨ ਪਾਵੇ। ਸੋ ਅਸੀਂ ਇਸ ਅਸੀਂ ਜਿੰਨਾ ਕਰ ਸਕਦੇ ਸੀ ਕਿਤਾਬਾਂ ਦੇ ਜ਼ਰੀਏ, ਇਹਨਾਂ ਪੋਸਟਰਾਂ ਦੇ ਜ਼ਰੀਏ, ਤਾਂ ਅਸੀਂ ਉਹ ਆਪਦਾ ਕੋਸ਼ਿਸ਼ ਕਰ ਰਹੇ ਹਾਂ ਕਿ ਯੋਗਦਾਨ ਪਾਈਏ। ਸਟੱਡੀ ਕਰ ਰਹੇ ਹੋ ਤੁਸੀਂ? ਹਾਂਜੀ ਹਾਂਜੀ, ਹੁਣ ਜੌਬ ਕਰ ਰਹੇ ਹਾਂ। ਸਟੱਡੀ ਅਸੀਂ MSc ਕੀਤੀ ਹੋਈ ਹੈ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ। ਹੁਣ ਇਸ ਖੇਤੀਬਾੜੀ ਦਫ਼ਤਰ ਦੇ ਵਿੱਚ ਜੌਬ ਕਰ ਰਹੇ ਹਾਂ। ਸੋ ਅਸੀਂ ਉਹ ਜੌਬ ਕਰਕੇ ਹੀ ਹਫਤੇ ਦੇ ਐਂਡ 'ਤੇ, ਵੀਕਐਂਡ 'ਤੇ ਹੀ ਸਾਨੂੰ ਟਾਈਮ ਮਿਲਦਾ। ਹੁਣ ਵੀ ਸ਼ਨੀਵਾਰ ਐਤਵਾਰ ਕਰਕੇ ਹੀ ਲਾਇਆ ਇੱਥੇ ਦੀ ਕਿ ਇੱਥੇ ਕਿਹਾ ਜਾਂਦਾ ਕਿ ਅੱਤਵਾਦੀ ਨੇ, ਮਤਲਬ ਕਿ ਹਨਾ, ਇੱਥੇ ਸਭ ਤੋਂ ਸੋਹਣੀ ਗੱਲ ਇਹ ਲੱਗੀ ਕਿ ਇੱਥੇ ਨਿੱਕੇ ਜਿਹੇ ਬੱਚੇ ਤੋਂ ਲੈ ਕੇ ਸਾਨੂੰ 2 ਮਹੀਨੇ ਹੋਣ ਵਾਲੇ ਆ, ਬਜ਼ੁਰਗ ਤੱਕ, ਬਜ਼ੁਰਗ ਮਾਵਾਂ ਤੱਕ, ਅਸੀਂ ਇਹੀ ਕਹਿੰਦੇ ਸੁਣਿਆ ਕਿ ਅਸੀਂ ਮਰ ਸਕਦੇ ਹਾਂ, ਅਸੀਂ ਹਿੱਕ ਤੇ ਗੋਲੀਆਂ ਖਾ ਸਕਦੇ ਹਾਂ। ਹਰ ਇੱਕ ਨੂੰ ਅਸੀਂ ਇਹ ਕਹਿੰਦੇ ਸੁਣਿਆ, ਪਰ ਕਿਸੇ ਨੂੰ ਅਸੀਂ ਇੱਕ ਵਾਰ ਨਹੀਂ ਇਹ ਕਹਿੰਦੇ ਸੁਣਿਆ ਕਿ ਅਸੀਂ ਮਾਰ ਸਕਦੇ ਹਾਂ। ਸੋ ਮਾਰਨਾ ਬਹੁਤ ਸੌਖਾ ਹੁੰਦਾ। ਅੱਤਵਾਦੀ ਹੁੰਦੇ ਆ ਜਿਹੜੇ, ਉਹ ਮਾਰਦੇ ਹੁੰਦੇ ਆ, ਉਹ ਮਰਦੇ ਨਹੀਂ ਹੁੰਦੇ ਆਪਦੀਆਂ ਕੌਮਾਂ ਵਾਸਤੇ। ਸੋ ਇਹ ਬਹੁਤ ਸੋਹਣੀ ਗੱਲ ਆ, ਪਰ ਉਹ ਚੀਜ਼ ਨੂੰ ਜਿਹੜਾ ਮਤਲਬ ਕਿ ਗੋਦੀ ਮੀਡੀਆ ਲਾ ਲਓ, ਉਹ ਚੀਜ਼ਾਂ ਨੂੰ ਬਹੁਤ ਗਲਤ ਤਰੀਕੇ ਨਾਲ ਦਿਖਾ ਰਹੇ ਨੇ। ਸੋ ਬਹੁਤ ਘੱਟ ਹੁੰਦਾ ਇੱਥੇ ਦਿੱਲੀ ਦੀਆਂ ਜਿਹੜੀਆਂ ਕੁੜੀਆਂ ਨੇ ਸਾਨੂੰ ਆ ਕੇ ਪੁੱਛਦੀਆਂ ਨੇ, ਵੀਰੇ ਅਸੀਂ ਤੁਹਾਡੇ ਨਾਲ ਰੋਟੀ ਪਕਾ ਸਕਦੇ ਹਾਂ। ਇੱਥੇ ਚੌਂਤਰੇ 'ਤੇ ਆ ਕੇ ਸਾਡਾ ਹੱਥ ਵਟਾਉਂਦੀਆਂ ਨੇ। ਉਹ ਕਹਿੰਦੀਆਂ ਨੇ ਕਿ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਭੈਣੇ ਤੁਹਾਨੂੰ ਬਈ ਐਂ ਨਹੀਂ ਹੁੰਦਾ ਕਿ ਤੁਸੀਂ ਕਿਹੜਾ ਸਾਨੂੰ ਜਾਣਦੇ ਆ ਵੀ ਅਸੀਂ ਪਤਾ ਨਹੀਂ ਕਿੰਨੇ 100 ਕਿਲੋਮੀਟਰ ਤੋਂ ਦੂਰੋਂ ਆ। ਉਹ ਕਹਿੰਦੇ ਸਾਡੇ ਮਾਂ ਪਿਓ ਸਾਨੂੰ ਇਹ ਕਹਿ ਕੇ ਭੇਜਦੇ ਵੀ ਤੁਹਾਡੇ ਭਰਾ ਹੀ ਨੇ, ਤੁਸੀਂ ਉਹਨਾਂ ਕੋਲ ਜਾਓ, ਉਹਨਾਂ ਨਾਲ ਜਾ ਕੇ ਕੰਮ ਕਰਾਓ। ਇੱਥੇ ਲੋਕਲ ਨੇ ਜਿਹੜੇ ਇੱਥੋਂ ਦੇ ਦੁਕਾਨਾਂ ਵਾਲੇ ਨੇ, ਉਹ ਸਾਡੇ ਕੋਲ ਆਉਂਦੇ ਨੇ, ਚਾਹ ਪਾਣੀ ਪੀਂਦੇ ਆ। ਜਦੋਂ ਕਿਤੇ ਮੰਨ ਲਓ ਐਤਵਾਰ ਸੀ, ਅੱਜ ਸਾਡੇ ਕੋਲ ਇੱਥੇ ਆ ਕੇ ਬੈਠੇ ਰਹਿੰਦੇ, ਸਾਡਾ ਘਰੇ ਦਿਲ ਨਹੀਂ ਲੱਗਦਾ। ਸੋ ਇਹ ਗੱਲਾਂ ਬਹੁਤ ਸੋਹਣੀਆਂ ਗੱਲਾਂ ਨੇ, ਤੇ ਅੱਜ ਤੱਕ ਨਾ ਹੀ ਕਿਸੇ ਅੰਦੋਲਨ 'ਚ ਹੋਇਆ ਤੇ ਨਾ ਹੀ ਕਦੇ ਹੋਵੇ ਇਹ ਚੀਜ਼ਾਂ। ਦਾਰਸ਼ਨਿਕ ਤੌਰ ਤੇ ਦੇਖਿਆ ਜਾਵੇ ਤਾਂ ਸੱਭਿਆਚਾਰ, ਸੋਚ ਤੇ ਅਮਲ ਦੇ ਸੁਮੇਲ ਨੂੰ ਕਿਹਾ ਜਾਂਦਾ ਹੈ। ਲੈਨਨ ਨੇ ਕਿਹਾ ਸੀ, ਰੂਸ ਦੇ ਮਹਾਨ ਇਨਕਲਾਬੀ ਨੇ, ਕਿ ਕਿਸੇ ਵੀ ਸਮਾਜ ਦੇ ਜੇਕਰ ਭਵਿੱਖ ਨੂੰ ਵੇਖਣਾ ਹੋਵੇ ਤਾਂ ਉਸ ਦੀ ਜਵਾਨੀ ਦੇ ਮੂੰਹੋਂ ਨਿਕਲਦੇ ਗੀਤਾਂ ਨੂੰ ਤੁਸੀਂ ਸੁਣ ਲਓ। ਤਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੇ ਪੰਜਾਬ ਦੇ ਦੇਸ਼ ਦੇ ਨੌਜਵਾਨਾਂ ਦੇ ਜ਼ਬਾਨ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਜਿਹੜੇ ਭੜਕਾਊ ਕੂੜ ਪ੍ਰਚਾਰ ਭਰ ਕੇ ਉਸ ਤਰ੍ਹਾਂ ਦੇ ਗੀਤ ਗਵਾਏ ਗਏ ਸੀ। ਈਵਨ ਕਿ ਜਿਹੜੇ ਸਾਡੇ ਗਾਇਕ ਨੇ, ਉਹ ਭੜਕਾਊ ਗੀਤ, ਜਿਹੜੇ ਕਬਜ਼ਾ ਲੈਣ ਵਾਲੇ, ਵੱਢ ਟੁੱਕ ਦੇ ਗੀਤ ਗਾਉਂਦੇ ਰਹੇ। ਭਾਵੇਂ ਅੱਜ ਮਜਬੂਰੀ ਬਣਾਤੀ ਇਸ ਅੰਦੋਲਨ ਨੇ ਕਿ ਉਹਨਾਂ ਜਿਹੜੇ ਕਦੇ ਸਾਧ ਬਣਾਉਣ ਦਾ ਕੰਮ ਕਰਦੇ ਸੀ, ਉਹਨਾਂ ਨੂੰ ਕਹਿ ਸਕਦੇ ਹਾਂ ਕਿ ਅਲੱਗ-ਅਲੱਗ ਤਰ੍ਹਾਂ ਉਹਨਾਂ ਨੇ ਪੁੱਠੇ ਰਾਹ ਪਾਉਣ ਦਾ ਕੰਮ ਕੀਤਾ। ਅੱਜ ਉਹ ਗਾਇਕ ਇਸ ਅੰਦੋਲਨ ਨੇ ਮਜਬੂਰ ਕਰ ਦਿੱਤੇ ਕਿ ਉਹ ਕਿਸਾਨੀ ਤੇ ਗੀਤ ਗਾਉਣ ਲੱਗ ਗਏ ਨੇ, ਜਵਾਨੀ ਦੇ ਹੱਕ ਦੇ ਗੀਤ ਗਾਉਣ ਲੱਗ ਗਏ ਨੇ, ਜ਼ਿੰਦਗੀ ਦੇ ਗੀਤ ਗਾਉਣ ਲੱਗ ਗਏ ਨੇ। ਇਸ ਤਰ੍ਹਾਂ ਦੀਆਂ ਵੰਨਗੀਆਂ ਜਿਹੜੀਆਂ ਨੇ, ਉਹ ਲਗਾਤਾਰ ਇਹਨਾਂ ਅੰਦੋਲਨਾਂ ਦੇ ਵਿੱਚੋਂ ਉਹ ਫੁੱਟ ਕੇ ਆ ਰਹੀਆਂ ਨੇ। ਹੁਣ ਉਹ ਦਿਨ ਦੂਰ ਨਹੀਂ ਹੈ ਜਦੋਂ ਜਵਾਨੀ ਚੇਤਨ ਹੋ ਕੇ ਰੋਸ਼ਨ ਮੱਥਿਆਂ ਦੇ ਨਾਲ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੀ ਹੈ। ਜਦੋਂ ਜਵਾਨੀ ਜਾਗ ਗਈ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ ਹੈ ਕਿ ਕਿਸਾਨੀ ਤੋਂ ਬਾਅਦ ਅਗਲਾ ਅੰਦੋਲਨ ਜਵਾਨੀ ਦਾ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਿਸੇ ਕਾਨੂੰਨ ਨਹੀਂ ਲੜਿਆ ਜਾਵੇਗਾ। ਔਰ ਉਸ ਅੰਦੋਲਨ ਲਈ ਜਿਹੜਾ ਭਵਿੱਖ ਹੈ, ਉਹ ਅੰਗੜਾਈ ਲੈ ਰਿਹਾ, ਆਵਾਜ਼ਾਂ ਮਾਰ ਰਿਹਾ। ਆਓ ਮਿਲਦੇ ਹਾਂ ਇਸ ਤੋਂ ਬਾਅਦ ਕਿਸੇ ਹੋਰ ਵੰਨਗੀ ਦੇ ਨਾਲ। ਤੁਸੀਂ ਦੇਖਦੇ ਰਹੋ ਠੇਠ ਪੰਜਾਬੀ TV। ਮੇਰੇ ਨਾਲ ਸੰਯੋਗੀ ਸਤੀਸ਼ ਛੱਪੜੀਵਾਲਾ ਨੇ ਸਹਿਯੋਗ ਦਿੱਤਾ। ਮੈਨੂੰ ਦਿਓ ਇਜਾਜ਼ਤ। ਪਰਮਜੀਤ ਢਾਬਾ।